जैसे कि हम बाइबल में देखते हैं कि परमेश्वर ने हन्ना की दुहाई को सुना और शमूएल जैसे बेटे के साथ आशीषित किया। परमेश्वर की उसी सामर्थ ने इस बहन के जीवन में काम किया और इन्हें बेटे के साथ आशीषित किया। सारिਆਂ ਨੂੰ जय मसीह दी। मेरा नाम दीक्षा और मेरे हस्बैंड का नाम शीतल कुमार है और ਅਸੀਂ ਜਲੰਧਰ शहर के रहने वाले हाँ और ਅੱਜ ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ। ਜਨਵਰੀ 2019 ਵਿੱਚ ਸਾਡੀ ਮੈਰਿਜ ਹੋਈ ਔਰ ਮੈਰਿਜ ਦੇ ਕੁਝ ਹੀ ਦਿਨਾਂ ਬਾਅਦ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਹੋਣ ਲੱਗੇ। ਜਦੋਂ ਵੀ ਮੈਂ ਸੌਂਦੀ ਸੀਗੀ, ਚਾਹੇ ਰਾਤ ਹੋਵੇ ਚਾਹੇ ਦਿਨ, ਦੁਸ਼ਟ ਆਤਮਾ ਮੇਰੇ ਤੇ ਸੁਪਨੇ 'ਚ ਅਟੈਕ ਕਰਦੀ ਸੀ ਮੇਰੇ ਤੇ। ਮੈਨੂੰ ਹਮੇਸ਼ਾ ਇਦਾਂ ਹੀ ਲੱਗਦਾ ਸੀਗਾ ਕਿ ਕੋਈ ਮੈਨੂੰ ਮਾਰ ਰਿਹਾ, ਪਿੱਟ ਰਿਹਾ ਮੈਨੂੰ ਔਰ ਗਲਤ ਸੰਬੰਧ ਬਣਾਉਂਦੀ ਸੀਗੀ ਦੁਸ਼ਟ ਆਤਮਾ ਤੇ ਮੈਂ ਬਹੁਤ ਡਰ ਜਾਂਦੀ ਸੀਗੀ। ਜਦੋਂ ਵੀ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੋਣਾ, ਮੈਂ ਇੱਕਦਮ ਉੱਠ ਜਾਣਾ, ਮਤਲਬ ਡਰ ਜਾਣਾ ਇੱਕਦਮ। ਕਈ ਵਾਰੀ ਇੱਦਾਂ ਹੋਣਾ ਕਿ ਮੈਂ ਘਰ ਇਕੱਲੀ ਵੀ ਹੁੰਦੀ ਸੀਗੀ ਕਿ ਦਿਨ ਨੂੰ ਮੈਨੂੰ ਜਦੋਂ ਇੱਦਾਂ ਹੋਣਾ, ਕਿਉਂਕਿ ਦਿਨ ਤੇ ਹਸਬੈਂਡ ਹੁੰਦੇ ਨਹੀਂ ਸੀਗੇ, ਜਦੋਂ ਮੈਂ ਇਕੱਲੇ ਸੋਣਾ ਉਸ ਟਾਈਮ ਮੈਨੂੰ ਇੱਦਾਂ ਹੋਣਾ, ਫਿਰ ਮੈਂ ਉੱਠ ਕੇ ਰੋਣਾ, ਫਿਰ ਫੋਨ ਕਰਨਾ ਕਿਸੇ ਨੂੰ ਕਿ ਮੈਨੂੰ ਇੱਥੋਂ ਲੈ ਜਾਓ ਕਿ ਮੈਂ ਘਰ ਇਕੱਲੇ ਨਹੀਂ ਰਹਿਣਾ। ਐਸੇ ਤਰ੍ਹਾਂ ਸਾਡੀ ਮੈਰਿਜ ਦੇ ਕੁਝ ਮਹੀਨੇ ਬੀਤ ਗਏ ਔਰ ਅਸੀਂ ਬੱਚੇ ਬਾਰੇ ਸੋਚਿਆ ਔਰ ਦਸੰਬਰ 2019 ਵਿੱਚ ਮੈਂ ਪ੍ਰੈਗਨੈਂਟ ਹੋਈ। ਜਦੋਂ ਮੇਰੀ ਵਾਈਫ ਨੂੰ 3rd ਮੰਥ ਕੰਪਲੀਟ ਹੋਏ ਤੇ ਸਾਨੂੰ ਡਾਕਟਰ ਨੇ ਕਿਹਾ ਵੀ ਤੁਸੀਂ ਇੱਕ ਨਾ ਅਲਟਰਾਸਾਊਂਡ ਕਰਵਾਉਣੀ ਹੈ ਤੇ ਅਸੀਂ ਡਾਕਟਰ ਦੇ ਕੋਲ ਜਦੋਂ ਅਲਟਰਾਸਾਊਂਡ ਕਰਵਾਉਣ ਲਈ ਗਏ ਤੇ ਡਾਕਟਰ ਨੇ ਸਾਨੂੰ ਦੱਸਿਆ ਵੀ ਤੁਹਾਡੇ ਬੇਬੀ ਦੀ ਜਿਹੜੀ ਹਾਰਟ ਬੀਟ ਆ ਉਹ ਬਣੀ ਨਹੀਂ ਹੈਗੀ। ਤੇ ਇਹ ਸੁਣ ਕੇ ਮੈਂ ਬਹੁਤ ਜ਼ਿਆਦਾ ਸ਼ੌਕ ਹੋ ਗਿਆ, ਸਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਹਾਰਟ ਬੀਟ ਪ੍ਰੋਪਰ ਨਾ ਬਣਨ ਕਰਕੇ ਮੇਰੀ ਵਾਈਫ ਦਾ 3rd ਮੰਥ ਵਿੱਚ ਮਿਸਕੈਰੇਜ ਹੋ ਗਿਆ। ਜਦੋਂ ਮੇਰਾ ਮਿਸਕੈਰੇਜ ਹੋ ਗਿਆ ਔਰ ਉਸ ਤੋਂ ਬਾਅਦ ਅਸੀਂ ਬਹੁਤ ਪਰੇਸ਼ਾਨ ਰਹਿਣ ਲੱਗ ਗਏ। ਮਿਸਕੈਰੇਜ ਤੋਂ ਬਾਅਦ ਮੈਨੂੰ 2-2 3-3 ਮਹੀਨੇ ਪੀਰੀਅਡ ਨਹੀਂ ਆਉਂਦੇ ਸੀਗੇ ਤਾਂ ਫਿਰ ਉਸ ਤੋਂ ਬਾਅਦ ਮੈਂ ਡਾਕਟਰਾਂ ਕੋਲ ਜਾਣਾ ਸਟਾਰਟ ਕਰਤਾ ਔਰ ਡਾਕਟਰਾਂ ਨੇ ਮੈਨੂੰ ਮੈਡੀਸਿਨ ਦੇਣੀ ਕਿ ਪੀਰੀਅਡ ਤੁਹਾਡੇ ਠੀਕ ਹੋ ਜਾਣਗੇ। ਜਦੋਂ ਮੈਂ ਮੈਡੀਸਿਨ ਖਾਣੀ ਮੈਨੂੰ 1 ਮਹੀਨਾ 2 ਮਹੀਨਾ ਫਰਕ ਲੱਗਣਾ, ਜਦੋਂ ਮੈਂ ਮੈਡੀਸਿਨ ਛੱਡ ਦੇਣੀ ਫਿਰ ਇਨਰੈਗੂਲਰ ਹੋ ਜਾਂਦੇ ਸੀ। ਫਿਰ ਮੈਂ ਦੁਬਾਰਾ ਡਾਕਟਰ ਕੋਲ ਜਾਣਾ, ਮੈਂ ਇੱਦਾਂ ਹੀ 3-4 ਡਾਕਟਰ ਬਦਲੇ ਤੇ ਡਾਕਟਰ ਇਹੀ ਕਹਿੰਦੇ ਸੀਗੇ ਕਿ ਪਹਿਲਾਂ ਆਪਣੇ ਪੀਰੀਅਡ ਠੀਕ ਕਰੋ, ਉਸ ਤੋਂ ਬਾਅਦ ਤੁਸੀਂ ਨੈਚੁਰਲੀ ਬੇਬੀ ਕਨਸੀਵ ਕਰ ਸਕਦੇ ਹੋ। ਬਟ ਮੈਰਿਜ ਤੋਂ 4 ਸਾਲ ਹੋ ਗਏ ਸੀਗੇ, ਇੱਦਾਂ ਹੋ ਹੀ ਨਹੀਂ ਪਾ ਰਿਹਾ ਸੀਗਾ, ਨੈਚੁਰਲ ਕੰਸੀਵਿੰਗ ਨਹੀਂ ਹੋ ਪਾ ਰਹੀ ਸੀਗੀ। ਬੱਚਾ ਨਾ ਹੋਣ ਕਰਕੇ ਜ਼ਿੰਦਗੀ ਇੱਕਦਮ ਰੁਕ ਗਈ ਸੀਗੀ। ਆਪਸ 'ਚ ਲੜਦੇ ਹੀ ਰਹਿੰਦੇ ਸੀਗੇ, ਮਤਲਬ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਕਿਸ ਗੱਲ ਤੋਂ ਲੜਾਈ ਹੋ ਰਹੀ ਹੈ। ਇੱਕ ਤੇ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀਗੇ ਔਰ ਦੂਸਰਾ ਮੇਰੇ ਬੱਚਾ ਨਹੀਂ ਹੋ ਪਾ ਰਿਹਾ ਸੀਗਾ। ਤੇ ਫਿਰ ਮੈਂ ਡਾਕਟਰ ਦੇ ਨਾਲ ਮੈਂ अन्य ਜਗ੍ਹਾ ਤੇ ਵੀ ਜਾਣਾ ਸਟਾਰਟ ਕਰ ਦਿੱਤਾ। ਉਹਨਾਂ ਨੇ ਜੋ ਕਹਿਣਾ ਮੈਂ ਉਹ ਕਰਨਾ, ਜਿੱਦਾਂ ਵੀ ਉਹਨਾਂ ਨੇ ਕਹਿਣਾ ਮੈਂ ਉੱਦਾਂ ਹੀ ਕਰਦੀ ਸੀਗੀ। ਬਟ ਫਿਰ ਵੀ ਕੁਝ ਨਹੀਂ ਹੋ ਪਾ ਰਿਹਾ ਸੀਗਾ ਤੇ ਉਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਟੈਨਸ਼ਨ 'ਚ ਸੀਗੇ ਕਿ ਪਤਾ ਨਹੀਂ ਕੀ ਹੋਏਗਾ, ਜ਼ਿੰਦਗੀ ਆਉਣ ਵਾਲੀ ਕਿੱਦਾਂ ਨਿਕਲੇਗੀ। ਸਾਡੀ ਜ਼ਿੰਦਗੀ ਵਿੱਚ ਬੱਚਾ ਨਾ ਹੋਣ ਕਰਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਜਦੋਂ ਵੀ ਮੈਂ ਕਿਤੇ ਜਾਣਾ, ਬਾਹਰ ਜਾਣਾ ਜਾਂ ਕਿਤੇ ਫਰੈਂਡ ਸਰਕਲ ਦੇ ਵਿੱਚ ਜਾਣਾ ਤੇ ਮੈਨੂੰ ਸਾਰਿਆਂ ਨੇ ਪੁੱਛਣਾ ਵੀ ਤੁਹਾਡੀ ਮੈਰਿਜ ਨੂੰ 4 ਸਾਲ ਹੋ ਗਏ ਆ ਤੇ ਤੁਹਾਡੇ ਅਜੇ ਤੱਕ ਬੱਚਾ ਨਹੀਂ ਹੋਇਆ। ਤੇ ਇਹ ਸੁਣ ਕੇ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਸੀਗਾ। ਮੈਂ ਆਪਣੀ ਵਾਈਫ ਨੂੰ ਜਲੰਧਰ ਦੇ 4 ਤੋਂ 5 ਹਸਪੀਟਲਾਂ ਦੇ ਵਿੱਚ ਲੈ ਕੇ ਗਿਆ, ਪਰ ਉੱਥੋਂ ਕਾਫੀ ਸਾਰੀ ਦਵਾਈ ਖਾਣ ਦੇ ਬਾਵਜੂਦ ਵੀ ਮੇਰੀ ਵਾਈਫ ਕਨਸੀਵ ਨਹੀਂ ਸੀ ਕਰ ਪਾ ਰਹੀ, ਪ੍ਰੈਗਨੈਂਟ ਨਹੀਂ ਸੀ ਹੋ ਪਾ ਰਹੀ। ਜਦੋਂ ਮੈਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਔਰ ਬਹੁਤ ਟੁੱਟ ਚੁੱਕੀ ਸੀ ਕਿ ਮੈਨੂੰ ਨਾ ਉਮੀਦ ਹੋ ਚੁੱਕੀ ਸੀ ਕਿ ਮੈਨੂੰ ਕਦੇ ਬੱਚਾ ਹੋਣਾ ਹੀ ਨਹੀਂ। ਫਿਰ ਉਸ ਟਾਈਮ ਮੇਰੇ ਰਿਲੇਟਿਵਸ ਆ ਕੇ, ਮੇਰੇ ਭੂਆ ਜੀ ਉਹਨਾਂ ਨੇ ਕਿਹਾ ਕਿ ਤੂੰ ਇੱਕ ਵਾਰੀ ਖਾਂਬੜਾ ਚਰਚ ਜਾ ਕੇ ਦੇਖ, ਉੱਥੇ ਤੈਨੂੰ ਪਰਮੇਸ਼ਵਰ ਪੱਕਾ ਤੈਨੂੰ ਬਲੈਸਿੰਗ ਦੇਗਾ ਹੀ ਦੇਗਾ। ਬਟ ਮੈਂ ਵਿਸ਼ਵਾਸ ਨਹੀਂ ਸੀ ਕਰਦੀ। ਮੈਂ ਉਹਨਾਂ ਨੂੰ ਕਹਿੰਦੀ ਸੀਗੀ ਕਿ ਮੈਂ ਨਹੀਂ ਜਾਣਾ ਚਰਚ, ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਹੈ। ਉਹਨਾਂ ਨੇ ਕਿਹਾ ਕੋਈ ਨਹੀਂ ਤੂੰ ਜਾ ਕੇ ਤੇ ਦੇਖ ਇੱਕ ਵਾਰੀ। ਫਿਰ ਮੈਂ ਸੋਚਿਆ ਚਲੋ ਇੰਨੀ ਜਗ੍ਹਾ 'ਤੇ ਵੀ ਜਾ ਕੇ ਦੇਖਿਆ, ਇੱਕ ਵਾਰੀ ਚਰਚ ਜਾ ਕੇ ਦੇਖ ਲੈਂਦੀ ਹਾਂ। ਫਿਰ ਮੈਂ ਫਸਟ ਟਾਈਮ ਜਦੋਂ ਚਰਚ ਆਈ ਫਿਰ ਮੈਨੂੰ ਲੱਗਾ ਕੁਛ ਤਾਂ ਹੈ ਚਰਚ। ਅਗਰ ਇੰਨੇ ਦੁਨੀਆ ਠੀਕ ਹੋ ਰਹੀ ਹੈ, ਇੰਨੇ ਸਾਲਾਂ ਦੀ ਬਿਮਾਰੀਆਂ ਤੋਂ ਛੁੱਟ ਰਹੇ ਨੇ ਲੋਕੀ, ਤੇ ਕਿਉਂ ਮੈਨੂੰ ਵੀ ਤਾਂ ਛੂਏਗਾ ਪ੍ਰਭੂ। ਫਿਰ ਮੈਂ ਸਭ ਕੁਝ ਛੱਡ ਕੇ ਨਾ ਮੈਂ ਪ੍ਰਭੂ ਤੇ ਆਪਣੀ ਆਸ ਛੋੜਤੀ ਕਿ ਨਹੀਂ ਪ੍ਰਭੂ ਮੈਂ ਤੇਰੇ ਘਰ ਆ ਰਹੀ ਹਾਂ, ਮੈਨੂੰ ਕੁਛ ਨਾ ਕੁਛ ਇੱਥੋਂ ਤਾਂ ਮਿਲੇਗੀ ਬਲੈਸਿੰਗ। ਮੈਂ ਪੂਰਾ ਵਿਸ਼ਵਾਸ ਕਰਤਾ ਪ੍ਰਭੂ ਤੇ। ਫਿਰ ਉਸ ਤੋਂ ਬਾਅਦ ਮੈਂ ਚਰਚ ਆਉਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਲਗਾਤਾਰ ਪਰਮੇਸ਼ਵਰ ਦੇ ਭਵਨ ਵਿੱਚ ਆਉਂਦੀ ਰਹੀ ਔਰ ਬਾਈਬਲ ਪੜ੍ਹਨਾ ਸਟਾਰਟ ਕਰ ਦਿੱਤਾ। 27 ਮਾਰਚ 2022 ਵਿੱਚ ਜਦੋਂ ਮੈਂ ਖਾਂਬੜਾ ਚਰਚ ਵਿੱਚ ਆਈ, ਉਸ ਦਿਨ ਪਰਮੇਸ਼ਵਰ ਦੇ ਦਾਸ ਨੇ ਸਪੈਸ਼ਲ ਦੁਸ਼ਟ ਆਤਮਾ ਲਈ ਪ੍ਰਾਰਥਨਾ ਕੀਤੀ। अब बोलो हर वो आत्मा जो शैतानी है, हर वो आत्मा जो बीमारी की है, हर वो आत्मा जो दुष्ट की ओर से है, आउट आउट। कमांड करो दुष्ट आत्मा को निकलने के लिए। बोलो यीशु मसीह के सामर्थी नाम में।
ਔਰ ਉਸ ਪ੍ਰਾਰਥਨਾ ਨੂੰ ਮੈਂ ਰਿਸੀਵ ਕੀਤਾ ਔਰ ਮੈਂ ਇੱਕਦਮ ਗਿਰ ਗਈ। ਮੈਨੂੰ ਇੱਦਾਂ ਲੱਗਾ ਕਿ ਮੇਰਾ ਬੋਡੀ ਇੱਕਦਮ ਹਲਕੀ ਹੋ ਗਈ ਹੈ। ਉਸ ਪ੍ਰੇਅਰ ਤੋਂ ਬਾਅਦ ਜਦੋਂ ਮੈਂ ਘਰ ਗਈ ਮੈਂ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੀ ਸੀਗੀ ਦੁਸ਼ਟ ਆਤਮਾ ਤੋਂ। ਔਰ ਕੁਝ ਦਿਨਾਂ ਬਾਅਦ ਮੈਨੂੰ ਸੁਪਨਾ ਆਇਆ ਔਰ ਸੁਪਨੇ ਵਿੱਚ ਪਰਮੇਸ਼ਵਰ ਦੇ एंजल्स दास और दासी के रूप में मेरे सपने च आए और उन्होंने मेरे ते ले हैंड प्रेयर की। उन्होंने कहा कि तू जो चाहनी है तेनों मिलेगा। उस तो कुछ ही दिनों बाद 2-3 दिनों बाद मेरा प्रैगनेंसी टैसट जिहड़ा सीगा वो पॉजिटिव आ गया। जो टैसट पॉजिटिव आया मैनूं बहुत ज़्यादा खुशी हुई क्योंकि ये रिजल्ट कभी 4 साल बाद नहीं आया। मैं बहुत बार चैक किया सीगा, हमेशा रिजल्ट मेरा नैगेटिव हुंदा सीगा। जदों उस टाइम मेरा रिजल्ट पॉजिटिव आया मैं बहुत ज़्यादा खुश हुई, बहुत ज़्यादा खुश हुई। मैनूं लगा कि सच्ची परमेश्वर जिंदा खुदा है। फिर मैं उस तो बाद पूरा विश्वास करके चर्च आना शुरू करता। फिर मेरे डॉक्टर तो मैं जो भी चैकअप करवाने जाती सी कि मैनूं कहंदे सीगे कि तुहानूं पूरी बैड रेस्ट करनी पैनी है क्योंकि तुहानूं इन्नी देर बाद प्रैगनेंसी हुई है, तुसीं बिल्कुल कोई काम नहीं करना। फिर मैं प्रभु ते ही विश्वास रखिया। मैं क्या जे मैनूं इन्नी देर बाद प्रभु ने मैनूं दिता तो मैनूं अगे भी उही लैके जाएगा। मैं पूरे 9 महीने पूरे अपनी जॉब ते जाती रही। उन्होंने मैनूं ट्रैवल करन नूं मना कीता सी बट मैं उन्हां दी नहीं सुनी। मैं पूरे 9 महीने एक भी मैडिसिन नहीं खाधी सीगी। फिर 25 दिसंबर 2022 ਨੂੰ क्रिसमस वाले दिन ਮੈਨੂੰ परमेश्वर ने बेटे नाल ब्लैस किया। ਹੁਣ ਅਸੀਂ ਆਪਣੇ ਬੇਬੀ ਨਾਲ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਹੈਪੀ ਹਾਂ। ਹੁਣ ਪੂਰਾ ਦਿਨ ਪਤਾ ਨਹੀਂ ਲੱਗਦਾ ਕਿੱਥੇ ਨਿਕਲ ਜਾਂਦਾ ਹੈ। ਜਿਨ੍ਹਾਂ ਵੀ ਭੈਣਾਂ ਦੇ ਬੇਬੀ ਨਹੀਂ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰੀ ਆਪਣੇ ਜ਼ਿੰਦਾ ਖੁਦਾ ਪ੍ਰਭੂ ਤੇ ਵਿਸ਼ਵਾਸ ਕਰਕੇ ਦੇਖੋ, ਪ੍ਰਭੂ ਤੁਹਾਡੀ ਜ਼ਰੂਰ ਸੁਣੇਗਾ। ਜਿਨੇ ਮੈਨੂੰ 4 ਸਾਲਾਂ ਬਾਅਦ ਵਿਆਹ ਤੋਂ ਬਾਅਦ ਬੇਬੀ ਬॉय ਨਾਲ ਬਲੈਸ ਕੀਤਾ, ਇਦਾਂ ਹੀ ਤੁਹਾਨੂੰ ਵੀ ਜ਼ਰੂਰ ਪ੍ਰਭੂ ਬਲੈਸ ਕਰੇਗਾ। ਬਸ ਪ੍ਰਭੂ ਤੇ ਵਿਸ਼ਵਾਸ ਕਰਕੇ ਦੇਖੋ ਸੱਚੇ ਦਿਲੋਂ। इन्ने वड्डे छुटकारे ली और एडी वड्डी बेबी ब्लैसिंग ली मैं उस खुदा दा धन्नवाद करदी हां और खुदा दे दास और दासी दा धन्नवाद करदी हां। सारिआं नूं जय मसीह दी। जैसे कि बाइबल में लिखा है, विश्वास के साथ की गई प्रार्थना से रोगी निरोग होते हैं और प्रभु उसे उठाकर खड़ा कर देता है। इस वचन के द्वारा परमेश्वर ने इस बहन को चंगाई दी। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਕੁਲਵਿੰਦਰ ਕੌਰ ਆ, ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਆ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਅੱਜ ਗਵਾਹੀ ਦੇਣ ਜਾ ਰਹੀ ਹਾਂ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। 8 ਫਰਵਰੀ 2023 ਨੂੰ ਮੈਂ ਕੰਮ ਤੇ ਮੈਂ ਗਈ ਸੀ ਆਪਣੇ ਭੈਣਾਂ ਲਾਗੋਂ ਹੀ ਭੈਣਾਂ ਦੇ ਨਾਲ। ਖੇਤ ਦੇ ਵਿੱਚੋਂ ਦੀ ਤੁਰੇ ਜਾਣ ਡੇ ਸੀ ਆਪਾਂ ਤੇ ਖੇਤ ਦੇ ਵਿੱਚੋਂ ਦੀ ਉੱਤੇ ਵਾਟੀ ਤੇ ਵੱਟ ਤੇ ਤੁਰੇ ਜਾਣ ਡੇ ਪਏ ਆਪਾਂ ਤੇ ਵੱਟ ਦੇ ਤੋਂ ਇੱਕਦਮ ਹੀ ਮੇਰਾ ਨਾ ਪੈਰ ਜਿਹੜਾ ਫਿਸਲ ਗਿਆ ਤੇ ਮੇਰਾ ਭਾਰ ਜਿਹੜਾ ਸਾਰਾ ਰਾਈਟ ਪੈਰ ਦੇ ਉੱਤੇ ਪੈ ਗਿਆ ਤੇ ਮੈਂ ਡਿੱਗ ਪਈ। ਤੇ ਮੇਰੇ ਕੇ ਲਾਗੇ ਸਾਡੀਆਂ ਜਿਹੜੀਆਂ ਮੇਰੇ ਨਾਲ ਸਹੇਲੀਆਂ ਮੇਰੀਆਂ ਆਂਡਰਾਂ ਪੜੋਸਣਾਂ ਮੇਰੇ ਨਾਲ ਕੰਮ ਤੇ ਗਈਆਂ, ਉਹਨਾਂ ਨੇ ਮੈਨੂੰ ਹੌਲੀ ਹੌਲੀ ਤਰਾ ਕੇ ਤੇ ਵਾਪਸ ਲਿਆਂਦਾ ਉੱਥੋਂ। ਤੇ ਫਿਰ ਸਾਧਨ ਬੁਲਾਇਆ ਕਿਸੇ ਦਾ ਤੇ ਫਿਰ ਮੈਨੂੰ ਘਰੇ ਘਲਾਇਆ। ਤੇ ਮੁੜ ਕੇ ਮੇਰੇ ਹਸਬੈਂਡ ਮੈਨੂੰ ਡਾਕਟਰ ਕੋਲ ਲੈ ਕੇ ਗਏ ਹੱਡੀਆਂ ਵਾਲੇ ਕੋਲ। ਉੱਥੇ ਜਾ ਕੇ ਉਹਨਾਂ ਨੇ ਐਕਸਰਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਹੱਡੀ ਜਿਹੜੀ ਟੁੱਟ ਚੁੱਕੀ ਆ ਤੇ ਇਸ ਕਰਕੇ ਤੁਹਾਨੂੰ ਪਲਾਸਟਰ ਲਵਾਉਣਾ ਪੈਣਾ। ਫਿਰ ਡਾਕਟਰ ਨੇ ਮੇਰੇ ਰਾਈਟ ਪੈਰ ਦੇ ਤੇ ਪਲਾਸਟਰ ਲਾਤਾ। ਜਦੋਂ ਮੈਂ ਘਰੇ ਆਈ, ਜਦੋਂ ਉਹਨਾਂ ਨੇ ਕਿਹਾ ਵੀ ਮਤਲਬ ਤੁਸੀਂ ਜਦੋਂ ਮੈਨੂੰ ਘਰੇ ਭੇਜ ਦਿੱਤਾ ਪਲਾਸਟਰ ਲਾ ਕੇ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਪੂਰੀ ਤਰ੍ਹਾਂ ਬੈੱਡ ਤੇ ਰਹਿਣਾ ਵਾ, ਤੁਸੀਂ ਕਿਤੇ ਵੀ ਮਤਲਬ ਲੈਟਰਿਨ ਬਾਥਰੂਮ ਵੀ ਜਾਣਾ ਤੇ ਸਕੰਜੀ ਦੇ ਸਹਾਰੇ ਜਾ ਸਕਦੇ, ਦੂਸਰੇ ਪੈਰ ਤੇ ਭਾਰ ਪਾ ਸਕਦੇ, ਸਕੰਜੀ ਨਾਲ ਚੱਲ ਸਕਦੇ, ਇੱਥੇ ਭਾਰ ਨਹੀਂ ਪਾਉਣਾ ਪੈਰ ਤੇ। ਘਰ ਦਾ ਸਾਰਾ ਕੰਮ ਮੇਰੀ ਬੇਟੀ ਕਰਦੀ ਸੀ। ਮੇਰੇ ਕੋਲ ਕੁਛ ਨਹੀਂ ਹੁੰਦਾ ਵੀ ਘਰ ਦਾ ਇੱਕ ਵੀ ਨਹੀਂ ਕੰਮ ਹੁੰਦਾ ਮੇਰੇ ਕੋਲ ਜਿਹੜਾ ਵੀ ਮੈਂ ਮੰਜੇ ਤੋਂ ਤੇ ਉੱਠ ਹੀ ਨਹੀਂ ਸਕਦੀ। ਸਾਰਾ ਕੰਮ ਉਹਦੇ ਸਿਰ ਤੇ ਹੀ ਪੈ ਗਿਆ ਸੀ। ਸਾਰਾ ਕੰਮ ਕਰਦੀ ਰਹੀ, ਬੁਰਸ਼ ਤੱਕ ਵੀ ਮੈਨੂੰ ਕਰਾਉਂਦੀ ਰਹੀ ਆ, ਲੈਟਰਿਨ ਬਾਥਰੂਮ ਤੱਕ ਵੀ ਖੜਦੀ ਰਹੀ। ਖਾਣਾ ਮੈਨੂੰ
ਮੰਜੇ ਦੇ ਪਾ ਕੇ ਫੜਾਉਂਦੀ ਰਹੀ ਆ, ਪਾਣੀ ਵੀ ਮੈਨੂੰ ਮੰਜੇ ਤੇ ਦਿੰਦੀ ਰਹੀ ਆ। ਮੈਂ ਕੁਛ ਨਹੀਂ ਕਰ ਸਕਦੀ ਆਪਣਾ। ਰਾਤ ਨੂੰ ਜਦੋਂ ਮੈਂ ਸੌਂਦੀ ਸੀ ਮੈਨੂੰ ਤਕਲੀਫ ਹੁੰਦੀ, ਕਿਉਂਕਿ ਮੇਰੇ ਪੈਰ ਦੇ ਤੇ ਦਰਦ ਹੁੰਦੀ ਸੀ। ਇਸ ਦੀ ਵਜ੍ਹਾ ਨਾਲ ਮੈਂ ਪਾਸਾ ਨਹੀਂ ਲੈ ਸਕਦੀ, ਕਿਉਂਕਿ ਮੈਨੂੰ ਡਾਕਟਰਾਂ ਨੇ ਮਨਾ ਕੀਤਾ ਜਾਂਦੇ ਵੀ ਤੁਸੀਂ ਪਾਸਾ ਨਹੀਂ ਪਲਟਣਾ ਹੈਗਾ, ਕਿਉਂਕਿ ਤੁਹਾਡੀ ਹੱਡੀ ਦਾ ਇਹ ਕੰਮ ਵਾ ਤੇ ਤੁਸੀਂ ਸਿੱਧੇ ਦਾ ਸਿੱਧਾ ਹੀ ਪੈਰ ਰੱਖਣਾ ਵਾ। ਜਦੋਂ ਮੈਂ ਆਪਣੀ ਬੇਟੀ ਨੂੰ ਕੰਮ ਕਰਦਿਆਂ ਦੇਖਦੀ ਨਾ ਕਰਦਾ ਵੀ ਛੁੱਟੀਆਂ ਕਰਕੇ ਮੇਰੇ ਬਦਲੇ ਘਰ ਬਹਿ ਗਈ ਆ, ਘਰ ਦਾ ਕੰਮ ਕਰਨ ਰਹੀ ਆ, ਤੇ ਮੈਂ ਬਹੁਤ ਜ਼ਿਆਦਾ ਸਗੋਂ ਦੁਖੀ ਹੋ ਜਾਂਦੀ ਕਿ ਮੇਰੀ ਬੇਟੀ ਦੇ ਸਿਰ ਤੇ ਸਾਰਾ ਕੰਮ ਪੈ ਗਿਆ ਵਾ, ਉਹਦੀ ਪੜ੍ਹਾਈ ਦੇ ਉੱਤੇ ਕੀ ਅਸਰ ਪਊਗਾ। ਜਦੋਂ ਮੈਂ ਬੈੱਡ ਤੇ ਚਲ ਗਈ ਸੀ ਨਾ ਇੱਕਦਮ ਹੀ, ਤੇ ਮੈਂ ਬਹੁਤ ਜ਼ਿਆਦਾ ਰੋਂਦੀ ਹੁੰਦੀ ਸੀ। ਇਸ ਕਰਕੇ ਸਾਡੇ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਤੰਗੀ ਆ ਗਈ, ਕਿਉਂਕਿ ਮੇਰੇ ਉੱਤੇ ਪੈਸੇ ਲੱਗਦੇ ਸੀ ਬਾਬਾ ਜੀ, ਵੀ ਹਫ਼ਤੇ ਪਿੱਛੋਂ ਕਹਿੰਦੇ ਸੀ ਵੀ ਆਇਆ ਕਰੋ ਡਾਕਟਰ, ਤੇ ਹਫ਼ਤੇ ਪਿੱਛੋਂ ਦਵਾਈ ਵੀ ਲੈਣ ਸਹੀ ਨਹੀਂ ਜਾਈਦਾ, ਕਦੀ 25 ਜਣੇ ਸੱਦ ਲੈਂਦੇ ਸੀ ਸਾਨੂੰ, ਤੇ ਹਫ਼ਤੇ ਪਿੱਛੋਂ ਜੇ ਸੱਦਦੇ ਤੇ ਕਿੰਨੇ ਪੈਸੇ 4000 ਰੁਪਈਆ ਲੱਗ ਜਾਂਦਾ ਸੀ ਸਾਡਾ ਉੱਥੇ। ਤੇ ਬਾਅਦ ਵਿੱਚ ਉਹ ਵੀ ਮੇਰੇ ਹਸਬੈਂਡ ਵੀ ਟੈਨਸ਼ਨ ਲੈਂਦੇ ਕਿ ਪੈਸੇ ਕਿੱਥੋਂ ਆਉਣੇ ਇੰਨੇ, ਤੇ ਫੜ ਕੇ ਪੈਸੇ ਅਸੀਂ ਲਾਉਂਦੇ ਸੀ ਆਪਣੇ ਵਾਸਤੇ, ਕਿੰਨੇ ਪੈਸੇ ਫੜ ਕੇ ਸਿਰ ਚੜਾ ਲਏ ਅਸੀਂ। ਕੁਝ ਦਿਨ ਬਾਅਦ ਡਾਕਟਰਾਂ ਨੇ ਮੇਰਾ ਪਲਸਤਰ ਖੋਲ ਦਿੱਤਾ। 2 ਦਿਨ ਬਾਅਦ ਸੋਜ ਵੀ ਪੈ ਗਈ, ਤੇ ਮੇਰੇ ਮਤਲਬ ਦਰਦ ਜਿਹੜੀ ਹੋਣ ਡੈ ਪਈ, ਉਹਨਾਂ ਨੇ ਪੱਟੀ ਕਰ ਦਿੱਤੀ ਤੇ ਉੱਤੇ ਪਟਾ ਲਾ ਦਿੱਤਾ। ਤੇ ਉਸ ਤੋਂ ਬਾਅਦ ਫਿਰ ਦੂਸਰੀ ਵਾਰੀ 5 ਦਿਨ ਗਏ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਹੌਲੀ ਹੌਲੀ ਪੈਰ ਤੇ ਭਾਰ ਪਾ ਕੇ ਵੇਖੋ। ਤੇ ਮੈਂ ਮਤਲਬ ਪੱਟੀ ਪੁੱਟੀ ਕਰ ਦਿੱਤੀ, ਉਹਨਾਂ ਨੇ ਦਵਾਈ ਵੀ ਦਿੱਤੀ, ਤੇ ਅਸੀਂ ਹੌਲੀ ਹੌਲੀ ਮੈਂ ਭਾਰ ਕੋਸ਼ਿਸ਼ ਕੀਤੀ ਮਾੜਾ ਜਿਹਾ ਥੱਲੇ ਪੈਰ ਲਾਉਣ ਦੀ, ਤੇ ਮੇਰੇ ਦਰਦ ਹੋਣੀ ਸਟਾਰਟ ਹੋ ਗਈ। ਉਸੇ ਵੇਲੇ ਪੈਰ ਤਾਂ ਚੁੱਕ ਲਿਆ ਕਿ ਮੈਂ ਨਹੀਂ ਥੱਲੇ ਲਾ ਸਕਦੀ। ਮੈਂ ਸਕੰਜੇ ਦੇ ਨਾਲ ਚੱਲਣ ਦੀ ਕੋਸ਼ਿਸ਼ ਵੀ ਕੀਤੀ ਸੀ ਵੀ ਚੱਲ ਸਕੰਜੇ ਦੇ ਨਾਲ ਹੀ ਮੈਂ ਮਾੜਾ ਪੈਰ ਤੇ ਭਾਰ ਪਾ ਕੇ ਕੋਸ਼ਿਸ਼ ਕਰਦੀ ਚੱਲਣ ਦੀ, ਪਰ ਨਹੀਂ ਚੱਲਿਆ ਜਾ ਰਿਹਾ ਮੇਰੇ ਕੋਲ। ਕਿੱਥੇ ਮੈਂ ਮਤਲਬ ਸਾਰਾ ਘਰ ਦਾ ਕੰਮ ਮੈਂ ਖੁਦ ਕਰਦੀ ਸੀ ਆਪਣਾ, ਤੇ ਮੈਂ ਹੁਣ ਮੇਰੀ ਬੇਟੀ ਖੁਦ ਸਾਰਾ ਕੰਮ ਕਰਦੀ। ਮੈਂ ਬਹੁਤ ਆਪਣੇ ਬੱਚਿਆਂ ਵੱਲ ਵੇਖ ਕੇ ਦੁਖੀ ਹੁੰਦੀ ਕਿ ਮੈਂ ਉਸ ਵੇਲੇ ਸਾਡਾ ਭਰੋਸਾ ਪਰਮੇਸ਼ਵਰ ਤੇ ਸੀ, ਕਿਉਂਕਿ ਅਸੀਂ ਖਾਂਬਰਾ ਚਰਚ ਦੇ ਨਾਲ ਜੁੜੇ ਹੋਏ ਸੀ, ਤੇ ਮੇਰਾ ਬਹੁਤ ਵਿਸ਼ਵਾਸ ਸੀ ਪਰਮੇਸ਼ਰ ਤੇ। ਅਸੀਂ ਬਹੁਤ ਵੱਡੀਆਂ ਗਵਾਹੀਆਂ ਨੂੰ ਸੁਣਦੇ ਸੀ ਖਾਂਬਰਾ ਚਰਚ 'ਚ ਜਾ ਕੇ, ਤੇ ਮੇਰਾ ਪੂਰਾ ਫੇਥ ਸੀ ਪਰਮੇਸ਼ਵਰ ਦੇ ਤੇ ਕਿ ਪ੍ਰਭੂ ਦੇ ਘਰ ਵਿੱਚ ਜਾਊਂਗੀ ਤੇ ਮੈਂ ਜ਼ਰੂਰ ਚੰਗੀ ਹੋ ਜਾਊਂਗੀ, ਕਿਉਂਕਿ ਉੱਥੇ ਬਹੁਤ ਜ਼ਿਆਦਾ ਚੰਗੇ ਹੁੰਦੇ ਲੋਕ, ਤੇ ਮੈਂ ਵੀ ਜ਼ਰੂਰ ਚੰਗੀ ਹੋਊਂਗੀ। ਫਿਰ 16 ਮਾਰਚ 2023 ਨੂੰ ਮੇਰੇ ਹਸਬੈਂਡ ਨੇ ਗੱਡੀ ਕਰਾਈ, ਤੇ ਉਹ ਸਪੈਸ਼ਲ, ਤੇ ਉਸ ਵਿੱਚ ਮੈਨੂੰ ਬਿਠਾ ਕੇ ਤੇ ਖਾਂਬਰਾ ਚਰਚ ਲਿਆਏ। ਜਦੋਂ ਪ੍ਰਭੂ ਦੇ ਦਾਸ ਨੇ ਪ੍ਰਾਰਥਨਾ ਕੀਤੀ, ਤੇ ਮੈਨੂੰ ਵਿਸ਼ਵਾਸ ਸੀ ਕਿ ਮੈਂ ਹੀ ਮੇਰੇ ਵਾਸਤੇ ਕੀਤੀ ਆ। अपने हाथों को उठाओ राइट नाउ, आपकी बॉडी, आपके शरीर के ऊपर खुदावंद के अभिषेक को मैं मांगता हूं, उसकी अनॉइंटिंग को मांगता हूं। होली गोस्ट, होली गोस्ट। ਜਦੋਂ ਪਰਮੇਸ਼ਰ ਦੇ ਦਾਸ ਨੇ ਪ੍ਰਾਰਥਨਾ ਕੀਤੀ, ਤੇ ਮੈਂ ਉਸ ਪ੍ਰਾਰਥਨਾ ਨੂੰ ਰਿਸੀਵ ਕੀਤਾ, ਤੇ ਪਰਮੇਸ਼ਰ ਦੀ ਆਤਮਾ ਨੇ ਮੈਨੂੰ ਛੂਹਿਆ, ਤੇ ਮੈਂ ਉਸ ਟਾਈਮ ਚੰਗੀ ਹੋ ਗਈ, ਤੇ ਮੈਂ ਬਿਨਾਂ ਸਕੰਜੇ ਤੋਂ ਬਿਨਾਂ ਸਹਾਰੇ ਤੋਂ ਚੱਲ ਪਾ ਰਹੀ ਸੀ, ਤੇ ਮੈਂ ਮੁੜ ਕੇ ਉਸ ਟਾਈਮ ਗਵਾਹੀ ਦੇਣ ਗਈ। ये बहन जो आपके सामने खड़े हैं, 1.5 महीना पहले इनके जब ये नीचे गिरे बहुत जोर से जमीन के ऊपर, तो इनके राइट पैर की जो हड्डी है वो टूट गई थी, और तभी से ये बहन इस वॉकर का सहारा लेकर चलते थे, और बिल्कुल भी इनसे जब चला नहीं जाता था, इस वॉकर को हमेशा पकड़ के रखते थे। आज जैसे ही परमेश्वर के दास ने प्रेयर की, उसी टाइम इस वॉकर को छोड़ के जब चल के देखा, तो आज ये बहन इंस्टेंटली पूरी तरह से हील हो चुके हैं। तारीफ करें सब इस हीलिंग के लिए, परमेश्वर का थैंक्स करें। ਸਪਰੇਅ ਰਿਸੀਵ ਕਰਨ ਤੋਂ ਬਾਅਦ ਵਿੱਚ ਮੈਂ ਬਿਲਕੁਲ ਚੰਗੀ ਹੋ ਗਈ। ਕੋਈ ਕਿਸੇ ਦਾ ਸਕੰਜੇ ਦਾ ਸਹਾਰਾ ਨਹੀਂ ਲੈਂਦੀ, ਕੋਈ ਮੈਂ ਆਪਣੇ ਘਰ ਵਿੱਚ ਮਤਲਬ ਕਿਸੇ ਦਾ ਸਹਾਰਾ ਲੈਂਦੀ। ਮੈਂ ਬਿਨਾਂ ਸਕੰਜੇ ਤੋਂ ਚੱਲ ਪਾ ਰਹੀ ਹਾਂ, ਔਰ ਘਰ ਦਾ ਕੰਮ ਵੀ ਕਰ ਪਾ ਰਹੀ ਹਾਂ। ਕੋਈ ਮੇਰੇ ਸੂਜਨ ਨਹੀਂ ਹੁੰਦੀ, ਕੋਈ ਮੇਰੇ ਪੇਨ ਨਹੀਂ ਹੁੰਦੀ, ਮੈਂ ਬਿਲਕੁਲ ਠੀਕ ਹਾਂ। ਜਿੰਨੇ ਵੀ ਭੈਣ ਭਰਾ ਮਤਲਬ ਜਿਹੜੇ ਸੜੀਆਂ ਨਾਲ ਤੁਰਦੇ ਆ, ਸਕੰਜਿਆਂ ਨਾਲ ਤੁਰਦੇ ਆ, ਜਿਸ ਤਰ੍ਹਾਂ ਮੈਨੂੰ ਪਰਮੇਸ਼ਵਰ ਨੇ ਚੰਗਾ ਕੀਤਾ, ਮੈਂ ਚਾਹੁੰਦੀ ਕਿ ਪ੍ਰਭੂ ਤੇ ਵਿਸ਼ਵਾਸ ਰੱਖੋ, ਪ੍ਰਭੂ ਤੁਹਾਨੂੰ ਵੀ ਹੀਲ ਕਰੂਗਾ। ਔਰ ਇਹ ਤੇ ਖੜੇ ਰਹੋ ਪਰਮੇਸ਼ਵਰ ਦੇ, ਤੇ ਪਰਮੇਸ਼ਵਰ ਜ਼ਰੂਰ ਚੰਗਾ ਕਰੂਗਾ ਤੁਹਾਨੂੰ। ਵਿਸ਼ਵਾਸ ਰੱਖੋ ਪ੍ਰਭੂ ਯਿਸੂ ਮਸੀਹ ਤੇ, ਕਿਉਂਕਿ ਉਹ ਚੰਗਾ ਕਰਨੇ ਦੀ ਤਾਕਤ ਰੱਖਦਾ ਵਾ। ਇਸ ਵੱਡੀ ਚੰਗਿਆਈ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੀ, ਪਰਮੇਸ਼ਰ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਜੀ।
आज हम इस भाई की गवाही को सुनेंगे कि कैसे परमेश्वर ने इस भाई को वेरिकोस वेन्स नाम की भयानक जानलेवा बीमारी से आज़ाद करके इन्हें चंगाई दी। तो आइए सुनते हैं इनकी अमेजिंग टेस्टमनी को। सबको जय मसीह की। मेरा नाम अमित है। मैं मध्य प्रदेश जिला छिंदवाड़ा का रहने वाला हूं। मैं अपने जीवन की सबसे बड़ी गवाही आज देने जा रहा हूं। 2017 में मेरे पैर में एक जख्म हुआ और उसके बाद में मैंने उसे उतना वो नहीं लिया। जख्म हुआ, उसके बाद में वो जख्म पे कुछ ऐसा घरेलू इलाज करके उसको देखते रहे। फिर उसके बाद में उसके बाजू में एक और जख्म हो गया, फिर उसके बाजू में एक और ज़्यादा जख्म हो गया। तब मुझे ऐसा लगा कि मुझे डॉक्टरों को दिखाना चाहिए। तो मैंने डॉक्टरों को जब दिखाया तो डॉक्टरों ने मेरे को इसमें लगाने के लिए ट्यूब दिए, उसको धोने के लिए डिटॉल दिया और उससे साफ़ करने के लिए कि इसको साफ़ रखो और उसके बाद में इसमें दवाइयाँ वगैरह लगाओ। तो वो दवाइयाँ लगाने से भी उस पर असर नहीं हो रहा था। ऐसा करते करते 1.5 महीने 2 महीने समथिंग 3 महीना ऐसा गुजरा। उसके बाद में ये लेफ़्ट पैर से होके राइट पैर पर ये जख्म आ गए मेरे को। ये जख्म में जब मैंने ध्यान दिया तो ये नसों में मेरे गांठें पड़ी हुई थी। वो गांठों में ऐसे गड्ढे जैसे पड़ने लगे वो जख्मों से। ये जख्म जब मेरे पैरों में हुए इस समय में मैं अपने दिनचर्या में इतना ज़्यादा प्रभावित रहता था इन सब सारी बातों से कि क्या होता था, जब मैं चेयर पर बैठता था तो अपने पैरों को बेंच में ऐसा पीछे छुपाकर मेरे को बैठना पड़ता था, क्योंकि मेरे मतलब पैरों से जो होता था कि ब्लड निकलता था, पानी निकलता था, पस निकलता था, तो उससे मेरे पैंट गीले हो जाते थे और मैं बाहर जाने से अपने आप को ज़्यादा कंट्रोल करता था कि मैं ज़्यादा बाहर ना जाऊं। मेरे जो काम था वो भी मैं ज़्यादा से ज़्यादा फ़ोन पर करने की कोशिश करता था। बच्चे और मेरी वाइफ है और बच्चा है, तो वो मैं खुद नहीं चाहता था कि क्या होता था कि मेरे पैरों से जो जख्म जो हो चुके थे उसमें से गंध आती थी, उसमें से गंदगी निकलती थी। मैं खुद अपने बच्चे को अपने साथ में ज़्यादा वो नहीं करता था। और मेरी पत्नी, जब मेरे को तकलीफ़ होती थी तो वो मेरा भी मैं उस समय मतलब मैं ऐसा था कि मैं रोक के भी नहीं रो सकता था उनके सामने। इस सब के दौरान मैंने फैसला किया कि अब बड़े स्किन स्पेशलिस्ट डॉक्टर को दिखाकर इसका पता करा जाए कि इसको कैसे ठीक किया जा सकता है। जब मैं स्किन स्पेशलिस्ट डॉक्टर के पास में गया तो उस समय पे मेरे राइट पैर की कंडीशन इतनी ज़्यादा ख़राब हो गई थी कि उसमें इतना ज़्यादा सूजन आ गया था कि जब वो डॉक्टर ने मेरा मतलब सिटी स्कैन वगैरह करवाया नसों का, तो तब उन्होंने मेरे को इस रोग का एक नाम बताया कि ये वेरिकोस वेन्स नाम का एक रोग है। लेकिन अभी ये इसकी जो कंडीशन आपके राइट पैर में है वो बहुत ज़्यादा बढ़ चुकी है। अगर हम इसको अभी ऑपरेट अगर नहीं करेंगे तो ये एक बड़ा पॉइजन हो जाएगा जो ये आपके दोनों पैरों में होगा, क्योंकि जख्म आपके दोनों पैरों में है और ये इस रीति से बढ़ जाएगा कि आपके दोनों पैरों को काटना पड़ेगा। मेरे दोनों पैरों में इतने जख्म हो चुके थे, सूजन बढ़ रही थी पैरों में और डॉक्टर ने ऐसा बता दिया था, मुझे ना चलने फिरने में भी बहुत ज़्यादा तकलीफ़ होती थी। और डॉक्टरों ने जब मेरे को बता दिया कि इसका हल या तो ऑपरेट है या तो आपको पैर को कटवाना ही पड़ेगा, ये एक हल डॉक्टर ने लास्ट मेरे को दे दिया था। इस रोग की वजह से मुझे नहाने में इतनी ज़्यादा तकलीफ़ होती थी कि मुझे पन्नियाँ पहनकर दोनों राइट पैर में लेफ़्ट पैर में पन्नियों को पहनकर नहाना पड़ता था, क्योंकि क्या साबुन उसमें ना लग जाए या मतलब उसमें किसी प्रकार से पानी ना चला जाए। पानी चला जाता था तो जलन इतनी तकलीफ़ देती थी। इस रोग के कारण मेरे पैंट जो होते थे, कपड़े वगैरह, वो जख्मों में चिपक जाते थे, तो उनको निकालने में इतनी ज़्यादा तकलीफ़ होती थी कि मेरे को पानी से एलर्जी होने के बावजूद भी कि इन जख्मों में डाल के, तो वो जब चिपक जाते थे तो मेरे को गर्म पानी उसमें डालना पड़ता था। इतना तकलीफ़ उस समय पे होता था कि जब ये कपड़े चिपक जाते थे। इस रोग की वजह से मैंने अपने छिंदवाड़ा शहर के कम से कम 5-7 डॉक्टरों के पास में मैं गया। फिर स्पेशलिस्ट तक पहुंचने में ये सब मैंने इलाज में कम से कम 2 से 2.5 लाख रुपए मेरा खर्च हो गया, लेकिन मुझे किसी भी प्रकार का कहीं से कोई रिलीफ डॉक्टरी दवाइयों से नहीं मिल पाया। ऐसे ही समय बीतते जा रहा था, मुझे मेडिसिनों से कोई फ़र्क नहीं पड़ रहा था। मेरे जख्म बढ़ते जा रहे थे, मेरे पैर गलने लगे थे और वो जो गड्ढे थे वो बड़े होते जा रहे थे। और ये इसी समय में साल दर साल गुजरते जा रहा था और मैं इसी तरीके से अपना जीवन यापन कर रहा था। इन्हीं तकलीफ़ों में रहकर मैं अपने जीवन को जी रहा था।
जब मैं एक दिन घर पर अपने मोबाइल पे सर्च कर रहा था यूट्यूब पर कि इस बीमारी का कोई हल मुझे मिल जाए, तो अचानक से मेरे सामने में अंकुर नरोला मिनिस्ट्री की मीटिंग आई। उस मीटिंग के दौरान जब परमेश्वर के दास ने प्रार्थना की तो मुझे बहुत अच्छा लगा, और मैंने जब गवाहियों को देखा वहाँ पर, मेरा विश्वास बढ़ा कि मैं भी हील हो जाऊंगा। ये गवाहियों को देख के मेरा विश्वास बढ़ा। फिर मैं खामरा चर्च के साथ जुड़ा रहा और लगातार मीटिंगों को अटेंड करते रहा। फिर जब मैं 7 अगस्त 2022 को खामरा चर्च में मीटिंग अटेंड करने के लिए आया तो परमेश्वर के दास ने कहा कि अपनी बॉडी पर हाथ रखो, ऑयल को अप्लाई करो। अपनी बॉडी पे हाथ रखेंगे और ऑयल के साथ प्रार्थना किए बिना कोई वापस नहीं जाएगा। ऑफिस से ऑयल लेके आओ, ऑयल से प्रार्थना करवाओ, वापस जाओ और गवाही के साथ आओ। आप ब्लेस्ड हैं, ब्लेस्ड हैं, ब्लेस्ड हैं यीशु के नाम। जैसे ही मैंने उस अभिषिक्त ऑयल को अपनी टांगों पर अप्लाई किया, उसके बाद में मेरे पैरों से इतना ब्लड निकला कि जितना कभी नहीं निकला कि उस ब्लड के द्वारा मेरी सारी बीमारी बाहर निकल गई। उस मीटिंग के बाद जब मैं घर गया, मेरी रिकवरी होना शुरू हो गई, मेरे जख्म ठीक होना शुरू हो गए, वो जो नसों में क्लॉट थे वो ठीक होना चालू हो गए, और अब मैं इस वेरिकोस वेन्स के जो रोग है उससे बिल्कुल पूरी तरह आज़ाद हूँ। ना मेरे पैरों से अब जख्म है, उसमें ना ब्लड बहता है, ना पानी बहता है, ना पस बहता है, और मेरी नसों में भी अब क्लॉट नहीं है। मैं पूर्ण रीति से चंगा हो चुका हूँ, मेरे पैर बिल्कुल ठीक हो चुके हैं। अब मुझे ना कपड़े पहनने में कोई दिक्कत होती है, ना तो मुझे जूते पहनने में कोई दिक्कत होती है, किसी भी ना नहाने में दिक्कत होती है। मुझे किसी भी प्रकार की कोई दर्द, कोई सूजन, कोई प्रॉब्लम मेरे जीवन में नहीं है, और अब मैं अच्छी रीति से अपने जॉब पर जाता हूँ, अपने काम पर जाता हूँ और वापस आता हूँ। मुझे किसी भी प्रकार की कोई तकलीफ नहीं है। जब जिन डॉक्टरों के पास मैं इलाज करवाने के लिए जाता था, उन्होंने मेरे पैर को पहले भी देखे थे, और जब मैं हील नहीं हो पा रहा था, मेरे पैर सूजे हुए रहते थे, और उसके बाद जब पैर हील जब हो चुके थे मेरे पैर, उनके पास में गया तो डॉक्टर खुद शॉक्ड हो गए, ये पैर कैसे ठीक हो गए। जबकि डॉक्टर मेरे को दवाएं देते थे, गोलियां देते थे, ट्यूब देते थे, तब तक कुछ नहीं हो पाता था। अब मेरे पैर बिल्कुल हील हो चुके हैं, तो डॉक्टर खुद शॉक्ड हैं कि ये कैसे ठीक हो गया। तब मैं उन्हें बताता हूँ कि मुझे प्रभु यीशु मसीह ने चंगा किया है। अभी मैं खुश हूँ और मेरा परिवार भी मेरे साथ बहुत खुश है। जो लोग इस तरीके किसी बीमारी से पीड़ित हैं, जो बेड पर हैं, जो पलंग पर हैं, मैं उनको एक ही मैसेज देना चाहता हूँ कि परमेश्वर प्रभु यीशु मसीह के लिए कोई भी रोग बड़ा नहीं है, कोई भी बीमारी उसके लिए बड़ी नहीं है। वो सब कुछ हील कर सकता, वो सब कुछ चंगा कर सकता। मेरा विश्वास है कि जिस तरह उस परमेश्वर ने मुझे उस लाइलाज बीमारी से चंगा किया, वो आप लोगों को भी भला चंगा स्वस्थ कर सकता है। इस बड़ी चंगाई के लिए मैं परमेश्वर का धन्यवाद करता हूं, और परमेश्वर के दास और दासी का भी धन्यवाद करता हूं कि उनकी प्रार्थनाओं के द्वारा मैं ठीक होने पाया, मैं चंगा होने पाया। सबको जय मसीह की। तारीफ करें जोर से, शब्द तालियों के साथ, और जोर से परमेश्वर की तारीफ करें।